बुपरानार्फन ਇਹ ਗੋਲੀ ਦੇ ਪਿੱਛੇ ਮੈਂ ਆਪਾਂ ਕਹਾਂ ਡਾਕਟਰ ਰਾਣੂ ਕਿਉਂ ਪੈ ਗਏ ਨੇ ਇਹਨਾਂ ਤੋਂ ਹੀ ਜਾਣਦੇ ਹਾਂ। ਗੋਲੀ ਤਾਂ ਬੰਦਾ ਕਹਿੰਦਾ ਮੈਨੂੰ ਬਚਾਏਗੀ, ਮੈਨੂੰ ਨਿਰੋਗ ਕਰੇਗੀ, ਦੁੱਖ ਦਰਦ ਨਹੀਂ ਦੇਗੀ। ਤੁਸੀਂ ਕਹਿ ਰਹੇ ਹੋ ਇਹ ਗੋਲੀ ਜਿੰਨਾ ਦਰਦ ਦੇਗੀ ਤੇ ਸਾਡੀਆਂ ਪੀੜੀਆਂ ਵੀ ਖਤਮ ਹੋ ਸਕਦੀਆਂ। बुपरानॉर्फिन नॉरोक्सिन ਜਿਹੜੀ ਟੈਬਲੇਟ ਹੈ ਇਹ ਬਣੀ ਹੋਈ ਹੈ ਚਿੱਟੇ ਵਰਗੇ ਨਾਮੁਰਾਦ ਨਸ਼ੇ ਨੂੰ ਛੁਡਾਉਣ ਲਈ। ਲੋਕੀ ਜਿਹੜੇ ਨਸ਼ਾ ਛੁਡਾਊ ਕੇਂਦਰ ਨੇ ਉੱਥੇ ਸਵੇਰੇ ਲਾਈਨ ਲੱਗ ਜਾਂਦੀ ਹੈ ਔਰ ਉੱਥੇ ਇਸ ਗੋਲੀ ਨੂੰ ਥੋਕ ਦੇ ਵਿੱਚ ਹੀ ਲੋਕ ਜਿਹੜੇ ਨੇ ਲਿਜਾ ਰਹੇ ਨੇ। ਮੈਂ ਕਹਿੰਦਾ ਸਰਕਾਰਾਂ ਬਿਲਕੁਲ ਸਕਸੈਸਫੁਲ ਨੇ ਜੀ, ਕਾਮਯਾਬ ਨੇ। ਚਿੱਟਾ ਵੀ ਬੰਦ ਹੋ ਗਿਆ, ਹੈਰੋਇਨ ਵੀ ਬੰਦ ਹੋ ਗਈ, ਪਰ ਇਹ ਜਿਹੜੀ ਗੋਲੀ ਹੈ ਜਿਹੜੀ ਸਰਕਾਰ ਨੇ ਲਾਤੀ ਇਹ ਗੋਲੀ ਜਿਹੜੀ ਹੈ ਉਸ ਤੋਂ ਵੀ ਭੈੜੀ ਹੈ। ਤੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਬੈਠ ਕੇ ਉਹਨਾਂ ਨਾਲ ਡਿਸਕਸ਼ਨ ਵੀ ਕੀਤਾ ਇਸ ਮਾਮਲੇ ਤੇ ਅੱਗੋਂ ਮੈਨੂੰ ਜਿਹੜਾ ਜਵਾਬ ਮਿਲਿਆ ਉੱਥੋਂ ਅਤੁਲ ਨੰਦਾ ਜੀ ਵੱਲੋਂ ਉਹ ਬੜਾ ਹਾਸੋਹੀਣਾ ਜਵਾਬ ਸੀ। ਮੈਂ ਇਹ ਗੱਲ ਕਹੀ ਉਹਨਾਂ ਨੂੰ, ਮੈਂ ਕਿਹਾ ਜੀ ਦੇਖੋ ਇਹ ਬਿਮਾਰੀਆਂ ਨੇ, ਬਿਮਾਰੀਆਂ ਲਈ ਅਸੀਂ ਗੋਲੀ ਖਾਂਦੇ ਆ, ਦਵਾਈ ਬਣੀ ਹੈ, ਦਵਾਈ ਹੈ ਬਿਲਕੁਲ, ਪਰ ਆ ਦੂਜੀ ਤਾਂ ਤੁਸੀਂ ਲੱਤ ਲਾ ਰਹੇ ਹੋ, ਆਦੀ ਬਣਾ ਰਹੇ ਹੋ, ਆਦੀ ਬਣਾ ਰਹੇ ਹੋ, ਐਡਿਕਸ਼ਨ ਲਾ ਰਹੇ ਹੋ, ਨਵੀਂ ਐਡਿਕਸ਼ਨ। ਜਿਹੜੀ ਚੁਣੌਤੀ ਦਿੱਤੀ ਹੈ ਮੈਨੂੰ ਔਰ ਅਦਾਲਤ ਨੇ ਤੇ ਸਟੇ ਲਾਇਆ। ਪਰ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਮੌਕੇ ਜਦ ਬਲਬੀਰ ਸਿੰਘ ਸਿੱਧੂ ਜੀ ਸਾਡੇ ਹੈਲਥ ਮਿਨਿਸਟਰ ਸਨ, ਉਹਨਾਂ ਦੇ ਟਾਈਮ ਦੇ ਵਿੱਚ ਇੱਕ ਸਾਇਲੈਂਟ ਬੈਕਡੋਰ ਐਂਟਰੀ ਕਰਨ ਲਈ ਇਹਦੇ 'ਚ ਇੱਕ ਅਮੈਂਡਮੈਂਟ ਕੀਤੀ ਗਈ। ਤੇ ਸ਼ਬਦਾਂ 'ਚ ਕਹੀਏ ਕਿ ਇਸ ਮਾਫੀਏ ਨੂੰ ਸ਼ਹਿ ਦੇਣ ਲਈ ਸਰਕਾਰੀ ਤੰਤਰ ਨੇ ਮਦਦ ਕੀਤੀ ਸੀ, ਪੂਰੀ ਮਦਦ ਕੀਤੀ, ਅੱਜ ਤੱਕ ਕਰ ਰਹੀ ਹੈ। ਸਰਕਾਰ ਬਦਲ ਵੀ ਗਈ ਕਿ ਬਲਬੀਰ ਸਿੱਧੂ ਜੀ ਹੈਲਥ ਮਿਨਿਸਟਰ ਸੀਗੇ, ਉਹ ਤਾਂ ਪਾਰਟ ਆਫ ਦਿਸ ਸੀਗੇ। ਅਮੈਂਡਮੈਂਟ ਉਹਨਾਂ ਦੇ ਟਾਈਮ ਦੀ ਹੈ, ਅਮੈਂਡਮੈਂਟ ਉਹ ਖੁਦ ਕਰਾ ਕੇ ਗਏ ਨੇ, ਠੀਕ ਹੈ ਜੀ। ਅਤੇ ਸੀਐਮ ਨੂੰ ਪਤਾ ਨਾ ਹੋਵੇ, ਜਿਹੜੀਆਂ ਪਾਰਟੀਆਂ ਅੱਜ ਭਾਵੇਂ ਉਹ ਬੀਜੇਪੀ 'ਚ ਚਲੇ ਗਏ, ਠੀਕ ਹੈ, ਉਹ ਆਪਣੇ ਆਪ ਨੂੰ ਸ਼ੀਲਡ ਕਰਨ ਲਈ ਉਹ ਗਏ ਨੇ, ਪਰ ਲੇਕਿਨ ਦੁੱਧ ਧੋਤੇ ਨਹੀਂ ਹੈਗੇ, ਉਹ ਸਾਰੇ ਲਿਬੜੇ ਹੋਏ ਨੇ ਇਸ ਕੰਮ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਕਈ ਬੱਚੇ ਜਿਨ੍ਹਾਂ ਨੂੰ ਇਹਦੀ ਸਮਝ ਨਹੀਂ ਹੈ ਉਹ ਇਸ ਗੋਲੀ ਨੂੰ ਰਗੜ ਲੈਂਦੇ ਆ, ਰਗੜ ਕੇ ਇਹਨੂੰ ਸਨਿਫ ਵੀ ਕਰਦੇ ਆ, ਸੁੰਘਦੇ ਆ ਉਹਦੇ ਨਾਲ ਅੱਗ ਲਾ ਕੇ। ਜਾਂ ਕਈ ਇਹਨੂੰ ਰਗੜ ਕੇ ਪਾਣੀ 'ਚ ਘੋਲ ਕੇ ਤੇ ਟੀਕੇ ਲਾ ਰਹੇ, ਉੱਥੇ ਓਵਰਡੋਜ਼ ਹੁੰਦੀ ਆ। ਜੋ ਤੁਸੀਂ ਟੀਕਾ ਲਾ ਲਿਆ ਡਾਇਰੈਕਟ ਬਲੱਡ ਦੇ ਵਿੱਚ ਚਲੀ ਗਈ, ਉੱਥੇ ਡੈਥ ਵੀ ਹੁੰਦੀ ਆ, ਉੱਥੇ ਬੱਚੇ ਮਰ ਵੀ ਰਹੇ ਨੇ। ਦਿਹਾੜੀਦਾਰ ਬੰਦਾ ਉਹ ਸੋਚਦਾ ਵੀ ਮੈਂ ਸਾਰੀ ਦਿਹਾੜੀ ਕਿਵੇਂ ਕੰਮ ਕਰੂੰ, ਥੱਕ ਜਾਊਂਗਾ, ਹੋਰ ਉਹ ਫਿਰ ਇਸ ਗੋਲੀ ਤੇ ਹੀ ਲੱਗ ਗਏ ਨੇ ਤਕਰੀਬਨ। ਮੋਸਟਲੀ ਇਹ ਗੋਲੀ ਜ਼ਿਆਦਾਤਰ ਪੋਲੀਟੀਸ਼ੀਅਨਸ ਯੂਜ਼ ਕਰਦੇ ਨੇ, ਇਲੈਕਸ਼ਨਾਂ 'ਚ ਯੂਜ਼ ਹੁੰਦੀ ਹੈ ਗੋਲੀ। ਕਿ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਮੌਕੇ ਇਹ ਬੈਨ ਕਰ ਦਿੱਤੀ ਗਈ ਸੀ। ਸੋ ਆਮ ਤੌਰ ਤੇ ਜਦੋਂ ਵੀ ਗੋਲੀ ਦੀ ਗੱਲ ਹੁੰਦੀ ਹੈ, ਭਾਵੇਂ ਹੋਮਿਓਪੈਥੀ ਦੀ ਹੋਵੇ, ਐਲੋਪੈਥੀ ਦੀ ਹੋਵੇ, ਆਯੁਰਵੈਦਿਕ ਦੀ ਹੋਵੇ, ਬੰਦਾ ਕਹਿੰਦਾ ਯਾਰ ਕਿਸੇ ਨੂੰ ਕੋਈ ਰੋਗ ਜੇ ਹੈਗਾ ਤਾਂ ਇਹ ਗੋਲੀ ਖਾਏਗਾ ਤਾਂ ਉਹ ਨਿਰੋਗ ਹੋ ਜਾਏਗਾ, ਸਰੀਰ ਉਹਦਾ ਸਿਹਤਮੰਦ ਰਹੇਗਾ, ਸਵਸਥ ਰਹੇਗਾ। ਤੇ ਆਮ ਤੌਰ ਤੇ ਬੰਦਾ ਇਹ ਨਹੀਂ ਕਹਿ ਸਕਦਾ ਕਿ ਕੋਈ ਵੀ ਟੈਬਲੇਟ ਆਪਾਂ ਕਹੀਏ, ਕੋਈ ਪੰਜਾਬੀ 'ਚ ਆਪਾਂ ਇਹਨੂੰ ਬੱਟੀ ਵੀ ਕਹਿ ਦਿੰਦੇ ਹਾਂ, ਵੀ ਇਹ ਸਾਡੇ ਲਈ ਜਾਨਲੇਵਾ ਵੀ ਹੋ ਸਕਦੀ ਹੈ ਔਰ ਸਲੋ ਪੋਇਜ਼ਨ, ਮਿੱਠੇ ਜ਼ਹਿਰ ਦੇ ਤੌਰ ਤੇ ਵੀ ਕੰਮ ਕਰ ਰਹੀ ਹੈ। ਅਜਿਹੀ ਗੋਲੀ ਲੰਮੇ ਸਮੇਂ ਤੋਂ ਆਪਾਂ ਕਹੀਏ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਾਡੇ ਦੇਸ਼ 'ਚ, ਸਾਡੇ ਪੰਜਾਬ ਦੇ ਵਿੱਚ ਵਿਚਰ ਰਹੀ ਹੈ, ਖੁੱਲ੍ਹੇਆਮ ਸ਼ਰੇਆਮ ਵਿਕ ਵੀ ਰਹੀ ਹੈ। ਔਰ ਨਸ਼ੇ ਦੀ ਜੇ ਆਪਾਂ ਗੱਲ ਕਰੀਏ, ਪੰਜਾਬ ਦਾ ਇੱਕ ਬੜਾ ਵੱਡਾ ਸੰਵੇਦਨਸ਼ੀਲ ਗੰਭੀਰ ਮਸਲਾ ਹੈਗਾ, ਅਤੇ ਇਹ ਗੋਲੀ ਹੈ ਜਿਹੜੀ ਇਹ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਹੋਰ ਨਸ਼ਈ ਬਣਨ ਵੱਲ ਪ੍ਰੇਰਿਤ ਵੀ ਕਰ ਰਹੀ ਹੈ। ਮਾਮਲਾ ਡਰੱਗ ਕੰਟਰੋਲਰ ਆਫ ਇੰਡੀਆ ਜਾਂ ਕਹੀਏ ਡਰੱਗ ਕੰਟਰੋਲਰ ਆਫ ਪੰਜਾਬ ਦੇ ਨੌਲੇਜ ਦੇ ਵਿੱਚ ਵੀ ਹੈ, ਹੋਰ ਤਾਂ ਹੋਰ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਚੁੱਕਿਆ। 4 ਵਰ੍ਹੇ ਪਹਿਲਾਂ ਡਾਕਟਰ ਪਰਮਜੀਤ ਸਿੰਘ ਰਾਣੂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇ ਬਚਾਉਣਾ ਹੈ ਤਾਂ ਇਸ ਗੋਲੀ ਨੂੰ ਬੰਦ ਕਰ ਦਿਓ। ਇਤਫਾਕਨ ਕਹੀਏ, ਸੰਯੋਗ ਕਹੀਏ, ਅੱਜ ਹੀ ਇਸ ਮਾਮਲੇ ਦੀ ਹਾਈ ਕੋਰਟ ਸੁਣਵਾਈ ਵੀ ਹੋਈ ਹੈ। ਗੋਲੀ ਦਾ ਨਾਮ ਮੈਂ ਤੁਹਾਨੂੰ ਮੈਡੀਕਲ ਨੇਮ ਦੱਸ ਰਿਹਾ, ਪੰਜਾਬੀ 'ਚ ਕਿੱਦਾਂ ਮਸ਼ਹੂਰ ਹੈ ਡਾਕਟਰ ਸਾਹਿਬ ਦੱਸਣਗੇ, ਬੁਪਰਾਨਾਰਫਨ। ਇਹ ਗੋਲੀ ਦੇ ਪਿੱਛੇ ਮੈਂ ਆਪਾਂ ਕਹਾਂ ਡਾਕਟਰ ਰਾਣੂ ਕਿਉਂ ਪੈ ਗਏ ਨੇ ਇਹਨਾਂ ਤੋਂ ਹੀ ਜਾਣਦੇ ਹਾਂ। ਸੋ ਡਾਕਟਰ ਸਾਹਿਬ, ਜ਼ਹਿਨ 'ਚ ਜਿਹੜੀ ਗੱਲ ਆ ਰਹੀ ਹੈ ਵੀ ਗੋਲੀ ਤਾਂ ਬੰਦਾ ਕਹਿੰਦਾ ਮੈਨੂੰ ਬਚਾਏਗੀ, ਮੈਨੂੰ ਨਿਰੋਗ ਕਰੇਗੀ, ਦੁੱਖ ਦਰਦ ਨਹੀਂ ਦੇਗੀ। ਤੁਸੀਂ ਕਹਿ ਰਹੇ ਹੋ ਇਹ ਗੋਲੀ ਜਿੰਨਾ ਦਰਦ ਦੇਗੀ ਤੇ ਸਾਡੀਆਂ ਪੀੜੀਆਂ ਵੀ ਖਤਮ ਹੋ ਸਕਦੀਆਂ। ਦੇਖੋ, ਮੈਂ ਨਹੀਂ ਕਹਿ ਰਿਹਾ, ਹਾਂਜੀ, ਇਹ ਸਾਡੀ ਜਿਹੜੀ ਇੱਕ ਬਹੁਤ ਵੱਡੀ ਸੰਸਥਾ ਹੈ PGI ਜੀ, PGI ਦੀ ਰਿਪੋਰਟ ਜਿਹੜੀ ਕਿ ਸਨ 2014 ਦੇ ਵਿੱਚ ਆਈ ਹੈ ਔਰ ਉਹਦੇ 'ਚ ਉਹਨਾਂ ਨੇ ਬਕਾਇਦਾ ਇਸ ਡਰੱਗ ਬਾਰੇ ਖੁਲਾਸੇ ਕੀਤੇ ਨੇ ਕਿ ਇਹ ਜਿਹੜੀ ਡਰੱਗ ਹੈ ਇਹ ਓਪਾਇਡ ਡਰੱਗ ਆ, ਫੀਮ ਦੇ ਸੱਤ ਤੋਂ ਬਣੀ ਹੋਈ ਡਰੱਗ ਹੈ ਔਰ ਇਹਦਾ ਲੰਬਾ ਸਮਾਂ ਜਿਹੜਾ ਸੇਵਨ ਹੈ ਉਹ ਬਹੁਤ ਹੀ ਲੀਥਲ ਵੀ ਹੋ ਸਕਦਾ ਹੈ। ਲੀਥਲ ਦਾ ਮਤਲਬ ਹੁੰਦਾ ਜਾਨਲੇਵਾ ਵੀ ਹੋ ਸਕਦਾ ਹੈਗਾ। ਸਲੋ ਪੋਇਜ਼ਨ ਕਹੀਏ ਆਮ ਭਾਸ਼ਾ 'ਚ ਕਹਿ ਸਕਦੇ ਆ।
ਅਕਸਰ ਅਸੀਂ ਦੇਖਦੇ ਹਾਂ ਕਿ ਇਹਨੂੰ ਅਸੀਂ ਆਮ ਤੌਰ ਤੇ ਜਿਹੜੀ ਅੱਜ ਕੱਲ੍ਹ ਮਸ਼ਹੂਰ ਹੈ ਕਿ ਜੀਭ ਦੇ ਹੇਠਾਂ ਲੈਣ ਵਾਲੀ ਗੋਲੀ ਦੇ ਨਾਂ ਤੇ ਮਸ਼ਹੂਰ ਹੈ, ਇਹ ਬੁਪਰਾਨੋਰਫਿਨ ਨਲੋਕਸਿਨ ਜਿਹੜੀ ਟੈਬਲੇਟ ਹੈ, ਇਹ ਬਣੀ ਹੋਈ ਹੈ ਚਿੱਟੇ ਵਰਗੇ ਨਾਮੁਰਾਦ ਨਸ਼ੇ ਨੂੰ ਛੁਡਾਉਣ ਦੀ ਖਾਤਰ। ਮਤਲਬ ਇੰਨੀ ਉਹਦੇ ਚ ਕਾਬਲੀਅਤ ਹੈ ਗੋਲੀ ਚ, ਕੈਲੀਬਰ ਹੈ ਉਹਦਾ, ਔਰ ਬਹੁਤ ਅੱਛੀ ਦਵਾਈ ਹੈ। ਅਸੀਂ ਇਹਦੀ ਨਿੰਦਿਆ ਨਹੀਂ ਕਰਦੇ, ਅਸੀਂ ਕੋਈ ਇਹਦੇ ਖਿਲਾਫ ਨਹੀਂ ਹੈਗੇ, ਬਟ ਇਹਦੀ ਜਿਹੜੀ ਵਰਤੋਂ ਆ ਉਹਦੇ ਜਿਹੜਾ ਹੈਗਾ ਉਹਨੂੰ ਬਕਾਇਦਾ ਅੰਡਰ ਸੁਪਰਵਿਜ਼ਨ ਹੋਣੀ ਚਾਹੀਦੀ ਆ। ਉਹਦੇ ਲਈ ਗਾਈਡਲਾਈਨਸ ਬਣੀਆਂ ਹੋਈਆਂ ਨੇ ਸਰਕਾਰ ਵੱਲੋਂ, ਬਕਾਇਦਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹੀ ਉਹ ਬਕਾਇਦਾ ਅੰਡਰ ਦੀ ਸੁਪਰਵਿਜ਼ਨ ਆਫ ਸਾਈਕੈਟ੍ਰਿਸਟ ਕੁਆਲੀਫਾਈਡ ਡਾਕਟਰਸ ਦੇ ਸੁਪਰਵਿਜ਼ਨ ਅੰਡਰ ਹੀ ਲੈਣੀ ਚਾਹੀਦੀ ਹੈ ਜੀ। ਔਰ ਇਹਦੀ ਇੱਕ ਮਿਆਦ ਹੈ, ਜਿੱਦਾਂ ਕਹਿ ਲਓ ਵੀ 3 ਮਹੀਨੇ 6 ਮਹੀਨੇ ਵੱਧ ਤੋਂ ਵੱਧ, ਮਤਲਬ ਕਿ ਮੈਂ ਕਹਿ ਸਕਦਾ ਕਿ 6 ਮੰਥਸ ਤੋਂ ਜ਼ਿਆਦਾ ਇਹ ਯੂਜ਼ ਨਹੀਂ ਕਰਨੀ ਚਾਹੀਦੀ। ਅੱਛਾ, ਬਾਕੀ ਡਿਪੈਂਡ ਕਰਦਾ ਐਜ਼ ਪਰ ਦੀ ਨੀਡ ਆਫ ਦੀ ਕੰਡੀਸ਼ਨ ਆਫ ਪੇਸ਼ੈਂਟ ਕਹਿ ਸਕਦੇ ਹਾਂ। ਪਰ ਅੱਜ ਹੋ ਕੀ ਰਿਹਾ ਪੰਜਾਬ ਦੇ ਵਿੱਚ, ਆਪਾਂ ਸਾਰੇ ਦੇਖਦੇ ਹਾਂ ਕਿ ਲੋਕੀ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਥੇ ਸਵੇਰੇ ਲਾਈਨ ਲੱਗ ਜਾਂਦੀ ਹੈ ਔਰ ਉੱਥੇ ਇਸ ਗੋਲੀ ਨੂੰ ਥੋਕ ਦੇ ਵਿੱਚ ਹੀ ਲੋਕ ਜਿਹੜੇ ਨੇ ਲਿਜਾ ਰਹੇ ਨੇ। ਔਰ ਬੱਚੇ ਸਾਡੇ ਜਿਹੜੇ ਨੇ ਉਹ ਸਵੇਰੇ, ਜਿੱਦਾਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਕਿ ਅਮਲੀ ਜਿਹੜੇ ਨੇ ਉਹ ਕਾਰਡ ਲਾਉਂਦੇ ਸੀਗੇ ਭੁੱਕੀ ਦੇ, ਜਾਂ ਘਰ ਦੀ ਕੱਢੀ ਦਾਰੂ ਪੀ ਲੈਂਦੇ ਸੀ, ਉਹ ਹੁਣ ਹੌਲੀ ਹੌਲੀ ਇਸ ਗੋਲੀ ਤੇ ਆ ਗਏ ਨੇ। ਹੁਣ ਇਸ ਗੋਲੀ ਨੂੰ ਸਰਕਾਰੀ ਗੋਲੀ ਕਿਹਾ ਜਾਣ ਲੱਗ ਗਿਆ ਹੈਗਾ, ਕਿਉਂਕਿ ਸਰਕਾਰ ਵੱਲੋਂ ਵੰਡੀ ਜਾਂਦੀ ਹੈ, ਪ੍ਰਾਈਵੇਟਲੀ ਇਹ ਮਿਲਦੀ ਨਹੀਂ ਹੈਗੀ, ਮੈਡੀਕਲ ਸ਼ਾਪਸ ਤੇ ਨਹੀਂ, ਮੈਡੀਕਲ ਸ਼ਾਪਸ ਤੇ ਨਹੀਂ ਮਿਲਦੀ। ਪਰ ਇਹਨੂੰ ਕਈ ਲੋਕ ਤਸਕਰੀ ਜਿਹੜੇ ਕਰਦੇ ਨੇ ਉਹ ਮੈਡੀਕਲ ਸ਼ਾਪਸ ਦੇ ਵਿੱਚ ਇਹਨੂੰ ਵੇਚਦੇ ਨੇ, ਦੋ ਨੰਬਰ 'ਚ ਵਿਕਰੀ ਹੈ, ਬਲੈਕ ਕਰਦੇ ਨੇ ਇਹਦੀ। ਜੀ ਜੀ। ਤੇ ਚਲੋ ਮੇਰਾ ਕਹਿਣ ਤੋਂ ਭਾਵੇਂ ਅਸੀਂ ਇੱਕ ਪਾਸੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੇ ਹਾਂ, ਚਿੱਟੇ ਵਰਗੇ ਨਾਮੁਰਾਦ ਨਸ਼ੇ ਤੋਂ, ਹੀਰੋਇਨ ਵਰਗੇ ਨਾਮੁਰਾਦ ਨਸ਼ੇ ਤੋਂ ਅਸੀਂ ਪੰਜਾਬ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੈ। ਮੈਂ ਕਹਿੰਦਾ ਸਰਕਾਰਾਂ ਬਿਲਕੁਲ ਸਕਸੈਸਫੁਲ ਨੇ ਜੀ, ਕਾਮਯਾਬ ਨੇ। ਚਿੱਟਾ ਵੀ ਬੰਦ ਹੋ ਗਿਆ, ਹੀਰੋਇਨ ਵੀ ਬੰਦ ਹੋ ਗਈ, ਪਰ ਇਹ ਜਿਹੜੀ ਗੋਲੀ ਹੈ ਜਿਹੜੀ ਸਰਕਾਰ ਨੇ ਲਾਤੀ, ਇਹ ਗੋਲੀ ਜਿਹੜੀ ਹੈ ਇਹ ਉਸ ਤੋਂ ਵੀ ਭੈੜੀ ਹੈ ਜੀ। ਅੱਛਾ, ਜੇ ਇੰਨੀ ਇਹ ਘਾਤਕ ਹੈਗੀ, ਆਪਾਂ ਕਹੀਏ ਜਾਨਲੇਵਾ ਹੈਗੀ ਆ, ਹੌਲੀ ਹੌਲੀ ਬੰਦੇ ਨੂੰ ਆਪਣਾ ਆਦੀ ਵੀ ਬਣਾ ਲੈਂਦੀ ਹੈ, ਤਾਂ ਕੀ ਕੋਈ ਸਰਕਾਰੀ ਜਾਂ ਸਿਆਸੀ ਸ਼ੈ ਮਿਲੀ ਹੋਈ ਹੈ ਇਸ ਗੋਲੀ ਨੂੰ, ਜਾਂ ਕੋਈ ਡਰੱਗ ਮਾਫੀਆ ਨੇ ਕੁਝ ਹੈਂਕੀ ਪੈਂਕੀ ਮੈਨੇਜ ਕੀਤਾ ਕਿ ਸਾਡੀ ਇਹ ਗੋਲੀ ਵਿਕਦੀ ਰਹੇ? ਦੇਖੋ, ਅਸੀਂ ਅਕਸਰ ਪੇਸ਼ੈਂਟਸ ਦੇਖਦੇ ਹਾਂ ਆਪਣੀ ਕਲੀਨਿਕਸ ਦੇ ਵਿੱਚ, ਨੌਜਵਾਨ ਬੱਚੇ, ਉਹਨਾਂ ਦੀ ਕਿਡਨੀਆਂ ਖਰਾਬ ਹੋ ਰਹੀਆਂ ਨੇ ਜੀ, ਔਰ ਕਈ ਸੈਕਸ਼ੂਅਲੀ ਇੰਪੋਰਟੈਂਟ ਹੋ ਰਹੇ ਨੇ, ਨਿਪੁੰਸਕ ਹੁੰਦੇ ਜਾ ਰਹੇ ਨੇ, ਉਹਦੇ ਪਰਿਵਾਰ ਟੁੱਟਦੇ ਆ, ਤਲਾਕ ਤੱਕ ਗੱਲਾਂ ਪਹੁੰਚਦੀਆਂ ਨੇ। ਸੋ ਇਹ ਜਿਹੜੀ ਗੋਲੀ ਹੈ ਇਹ ਕੋਈ ਬਹੁਤ ਹੀ ਲੰਬੇ ਸਮੇਂ ਵਾਸਤੇ ਮਤਲਬ ਫਾਇਦੇਮੰਦ ਦਵਾਈ ਨਹੀਂ ਹੈਗੀ। ਇਹਦਾ ਕੁਝ ਸਮੇਂ ਵਾਸਤੇ, ਕੁਝ ਅਰਸੇ ਲਈ ਦੇ ਕੇ ਪੇਸ਼ੈਂਟ ਨੂੰ ਨਸ਼ੇ ਤੋਂ ਲਾਉਣ ਲਈ ਦੇਣੀ ਚਾਹੀਦੀ ਆ, ਨਾ ਕਿ ਉਹਨੂੰ ਲਗਾਉਣ ਲਈ। ਹੁਣ ਮੈਂ ਇੱਥੇ ਕਹਿਣਾ ਚਾਹਾਂਗਾ ਬੜੇ ਦੁਖੀ ਹਿਰਦੇ ਦੇ ਨਾਲ ਕਿ ਮੈਂ 29 ਅਗਸਤ 2021 ਨੂੰ ਕੈਪਟਨ ਅਮਰਿੰਦਰ ਸਿੰਘ ਜੀ ਉਸ ਵੇਲੇ ਸੀਐਮ ਸਨ, ਤਾਂ ਉਹਨਾਂ ਨੂੰ ਮਿਲਿਆ ਸੀਗਾ। ਮੇਰੇ ਨਾਲ ਜਸਟਿਸ ਇਕਬਾਲ ਸਿੰਘ ਹਾਈ ਕੋਰਟ ਦੇ ਰਿਟਾਇਰਡ ਜੱਜ, ਜਿਹੜੇ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਵੀ ਰਹੇ ਨੇ ਹਰਿਆਣਾ ਦੇ, ਉਹ ਵੀ ਮੇਰੇ ਨਾਲ ਸਨ ਜੀ। ਅਸੀਂ ਉੱਥੇ ਬਕਾਇਦਾ ਬੈਠ ਕੇ ਡਿਸਕਸ਼ਨ ਕੀਤਾ। ਸ਼੍ਰੀ ਅਤੁਲ ਨੰਦਾ ਜੀ ਏਜੀ ਸਨ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਗੱਲਾਂ ਹੋਈਆਂ ਸਾਰੀਆਂ। ਔਰ ਬਕਾਇਦਾ ਮੈਂ ਇਹੀ ਗੱਲ ਕਹੀ ਕਿ ਮੈਂ 2019 ਤੋਂ ਇਸ ਮਾਮਲੇ ਨੂੰ ਅਦਾਲਤ 'ਚ ਲੈ ਕੇ ਗਿਆ ਹੋਇਆ, ਔਰ ਅਦਾਲਤ ਨੇ ਸਟੇ ਕੀਤੀ ਹੋਈ ਹੈ ਗੋਲੀ। ਸਾਰੇ ਇੰਡੀਆ ਦੇ ਵਿੱਚ ਇਹ ਗੋਲੀ ਸਟੇ ਹੋ ਗਈ ਹੈ ਕਿ ਇਹਦੀ ਆਮ ਵਿਕਰੀ ਨਹੀਂ ਹੋਏਗੀ, ਸਿਰਫ ਇਹ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਥੇ ਮਤਲਬ ਕਿ ਦਿੱਤੀ ਜਾਏਗੀ। ਕਿਉਂਕਿ ਦੱਸਣਾ ਚਾਹੁੰਦਾ ਮੈਂ ਬੈਕਗਰਾਊਂਡ ਥੋੜੀ ਜੀ ਕਿ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਮੌਕੇ ਇਹ ਬੈਨ ਕਰ ਦਿੱਤੀ ਗਈ ਸੀ। 2004 ਜਦੋਂ ਪਹਿਲੀ ਵਾਰ ਪੀਐਮ ਬਣੇ, ਪਹਿਲੀ ਵਾਰ ਪੀਐਮ ਬਣੇ, ਉਦੋਂ ਇਹ ਬੈਨ ਕਰ ਦਿੱਤੀ ਗਈ ਸੀ ਕਿ ਇਹਨੂੰ ਤੁਸੀਂ ਆਮ ਸੇਲ ਨਹੀਂ ਕਰੋਗੇ, ਸਿਰਫ ਇਹਨੂੰ ਤੁਸੀਂ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਥੇ ਅੰਡਰ ਸੁਪਰਵਿਜ਼ਨ ਆਫ ਦੀ ਗਵਰਨਮੈਂਟ, ਅੰਡਰ ਸੁਪਰਵਿਜ਼ਨ ਆਫ ਦੀ ਸਾਈਕੈਟ੍ਰਿਸਟ, ਠੀਕ ਹੈ, ਡਾਕਟਰ ਦੀ ਨਿਗਰਾਨੀ ਹੇਠ ਗੋਲੀ ਦਿੱਤੀ ਜਾਏਗੀ। ਪਰ ਲੇਕਿਨ 10 ਸਾਲ ਇਹ ਐਸੇ ਤਰ੍ਹਾਂ ਬੰਦ ਰਹੀ ਹੈ, 10-15 ਸਾਲ। ਪਰ ਹੁਣ 2019 ਦੇ ਵਿੱਚ ਇੱਕ ਜਥੇਬੰਦੀ ਨੇ ਉੱਥੇ ਜਾ ਕੇ ਜਿਹੜੇ ਸਾਡੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ, ਉਹਨਾਂ ਕੋਲ ਬੇਨਤੀ ਕੀਤੀ ਕਿ ਇੱਕ ਨੋਬਲ ਕਾਜ਼ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈਗਾ ਬਹੁਤ ਵੱਧ ਗਿਆ ਹੈਗਾ, ਔਰ ਉਸ ਨਸ਼ੇ ਨੂੰ ਛੁਡਾਉਣ ਵਾਸਤੇ ਗੋਲੀ ਬਹੁਤ ਵਧੀਆ ਹੈ, ਤੇ ਇਹਦੀ ਜਿਹੜੀ ਸਾਨੂੰ ਪ੍ਰਿਸਕ੍ਰਿਪਸ਼ਨ ਹੈ ਇਹ ਸਾਈਕੈਟ੍ਰਿਸਟਾਂ ਨੂੰ ਅਲਾਉ ਕਰ ਦਿੱਤਾ ਜਾਵੇ ਕਿ ਆਮ ਅਸੀਂ ਕਲੀਨਿਕਸ ਦੇ ਉੱਪਰ ਇਹਨੂੰ ਯੂਜ਼ ਕਰ ਸਕੀਏ। ਹੁਣ ਉਹਦੀ ਆੜ ਦੇ ਵਿੱਚ ਇਹ ਗੋਲੀ ਖੁੱਲ ਗਈ। ਪਰ ਇਹ ਗੋਲੀ ਦੇ ਖੁੱਲਣ ਨਾਲ ਕੀ ਹੋਇਆ ਕਿ ਇਹਦੀ ਜਿਹੜੀ ਹੈਗੀ ਆ ਇੱਕਦਮ ਤੁਸੀਂ ਕਹਿ ਸਕਦੇ ਕਿ ਮਾਰਕੀਟ ਫਲੱਡ ਆਫ ਹੋ ਜਾਣੀ ਸੀਗੀ, ਇਹਦੇ ਨਾਲ ਇਹਦਾ ਹੜ ਆ ਜਾਣਾ ਸੀਗਾ ਮਾਰਕੀਟ ਦੇ ਵਿੱਚ। ਤੇ ਉਸ ਚੀਜ਼ ਨੂੰ ਦੇਖਦੇ ਹੋਏ, ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇਹ ਜਿਹੜੀ ਚੁਣੌਤੀ ਦਿੱਤੀ ਹੈ ਮੈਂ ਇਹਨੂੰ, ਔਰ ਅਦਾਲਤ ਨੇ ਇੱਥੇ ਸਟੇ ਲਾਇਆ।
ਔਰ ਸਟੇ ਕਰਨ ਦੇ ਨਾਲ ਕੀ ਹੋਇਆ ਕਿ ਸਾਰੇ ਇੰਡੀਆ ਦੇ ਵਿੱਚ ਇਹਦੀ ਜਿਹੜੀ ਵਿਕਰੀ ਰੁਕ ਗਈ ਹੈ। ਇਸ ਤਰ੍ਹਾਂ ਓਪਨ ਸੇਲ ਜਿਹੜੀ ਇਹਦੀ ਰੁਕ ਗਈ ਸੀ, ਕਿਉਂਕਿ ਅਸੀਂ ਇਹ ਪਲੀ ਲਈ ਕਿ ਦੇਖੋ ਸਾਈਕੈਟ੍ਰਿਸਟ ਇੱਕ ਕਲੀਨਿਕ ਖੋਲੇਗਾ, ਉਹ ਉੱਥੇ ਕੋਈ ਡਾਕਟਰ ਕੋਈ ਵੀ ਬੰਦਾ ਕਰ ਸਕਦਾ। ਜਿਵੇਂ ਤੁਸੀਂ ਕੋਈ ਇੰਟਰਸਟਿਡ ਹੋ, ਬਿਜ਼ਨਸ ਕਰਨਾ ਚਾਹੁੰਦੇ ਹੋ, ਤੁਸੀਂ ਇੱਕ ਸਾਈਕੈਟ੍ਰਿਸਟ ਨੂੰ ਅਪਾਇੰਟ ਕਰੋਗੇ, 2-2.5 ਲੱਖ ਰੁਪਏ ਉਹਨੂੰ ਸੈਲਰੀ ਦੇਵੋਗੇ, ਉਸ ਤੋਂ ਬਾਅਦ ਤੁਸੀਂ ਉਹਨੂੰ ਕਹੋ ਮੇਰੀ 10 ਲੱਖ ਦੀ ਗੋਲੀ ਵੇਚ, ਤੇ ਤੁਸੀਂ 5-4 ਸਾਲ ਵੇਚ ਕੇ ਮੁੜ ਕੇ ਮਤਲਬ ਆਪਾਂ ਨੂੰ ਕਾਰੋਬਾਰ ਨਹੀਂ, ਧੰਦਾ ਕੋਈ ਵੀ ਕਰ ਸਕਦਾ ਹੈ, ਕੋਈ ਵੀ ਕਰ ਸਕਦਾ ਹੈ, ਧੰਦਾ ਹੀ ਆਪਾਂ ਸ਼ਬਦ ਵਰਤ ਸਕਦੇ ਹਾਂ। ਬਿਲਕੁਲ ਠੀਕ ਹੈ, ਇਟ ਵਿਲ ਬਿਕਮ ਅ ਬਿਜ਼ਨਸ। ਹਾਂ ਬਿਲਕੁਲ ਉਸ ਠੀਕ ਹੈ। ਚੀਜ਼ ਨੂੰ ਰੋਕਣ ਦੀ ਖਾਤਰ ਅਸੀਂ ਸਟੇ ਕਰਵਾਇਆ ਕੋਰਟ ਦੇ ਵਿੱਚੋਂ, ਔਰ ਇਸ ਤੇ ਲੜਾਈ ਲੜ ਰਹੇ ਹਾਂ। ਔਰ ਅੱਗੋਂ ਫਿਊਚਰ ਆਫ ਦੀ ਜਿਹੜੀ ਬੱਚਿਆਂ ਦਾ ਫਿਊਚਰ ਹੈ ਉਹ ਵੀ ਇਹਦੇ ਨਾਲ ਜਿਹੜਾ ਹੈਗਾ ਸਪੋਇਲ ਹੁੰਦਾ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਬੈਠ ਕੇ ਉਹਨਾਂ ਨਾਲ ਡਿਸਕਸ਼ਨ ਵੀ ਕੀਤਾ ਇਸ ਮਾਮਲੇ ਤੇ ਅੱਗੋਂ ਮੈਨੂੰ ਜਿਹੜਾ ਜਵਾਬ ਮਿਲਿਆ ਉੱਥੋਂ ਅਤੁਲ ਨੰਦਾ ਜੀ ਵੱਲੋਂ, ਉਹ ਬੜਾ ਹਾਸੋਹੀਣਾ ਜਵਾਬ ਸੀ। ਉੱਥੇ ਇਹ ਗੱਲ ਕਹੀ ਗਈ ਕਿ ਜੀ ਦੇਖੋ ਇਹ ਜਿਹੜੀ ਗੋਲੀ ਹੈ ਇਹ ਤਾਂ ਰਾਮਬਾਣ ਹੈ, ਬੱਚੇ ਐਗਰੈਸਿਵ ਨਹੀਂ ਹੁੰਦੇ ਘਰਾਂ 'ਚ ਜਾ ਕੇ। ਹੁਣ ਅੱਛਾ, ਥਾਇਰਾਇਡ ਵਾਸਤੇ, ਬਲੱਡ ਪ੍ਰੈਸ਼ਰ ਵਾਸਤੇ, ਸ਼ੂਗਰ ਵਾਸਤੇ ਕੀ ਆਪਾਂ ਗੋਲੀ ਨਹੀਂ ਖਾਂਦੇ ਸਾਰੀ ਉਮਰ? ਤੇ ਜੇ ਇੱਕ ਗੋਲੀ ਵੀ ਖਾਂਦੇ ਰਹਿਣਗੇ ਤਾਂ ਕੀ ਫਰਕ ਪੈ ਜਾਏਗਾ? ਮੈਂ ਉੱਥੇ ਇਹ ਜੀ ਕਹਿ ਰਹੇ ਉਸ ਟਾਈਮ ਦਾ, ਹਾਂਜੀ ਮੈਂ ਇਹ ਗੱਲ ਕਹੀ ਉਹਨਾਂ ਨੂੰ, ਮੈਂ ਕਿਹਾ ਜੀ ਦੇਖੋ ਇਹ ਬਿਮਾਰੀਆਂ ਨੇ, ਬਿਮਾਰੀਆਂ ਲਈ ਅਸੀਂ ਗੋਲੀ ਖਾਂਦੇ ਆ, ਦਵਾਈ ਬਣੀ ਹੈ, ਦਵਾਈ ਹੈ, ਬਿਲਕੁਲ ਠੀਕ ਹੈ, ਪਰ ਆ ਦੂਜੀ ਤਾਂ ਤੁਸੀਂ ਲੱਤ ਲਾ ਰਹੇ ਹੋ, ਆਦੀ ਬਣਾ ਰਹੇ ਹੋ, ਐਡਿਕਸ਼ਨ ਲਾ ਰਹੇ ਹੋ, ਇੱਕ ਨਵੀਂ ਐਡਿਕਸ਼ਨ। ਸਰ ਜਦੋਂ ਤੁਸੀਂ ਇੱਕ ਬੱਚੇ ਨੂੰ, ਨੌਜਵਾਨ ਫਰਟਾਈਲ ਬ੍ਰੇਨ ਆ, ਜਿਹਨੇ ਅੱਗੋਂ ਜਾ ਕੇ ਸਾਇੰਟਿਸਟ ਬਣਨਾ, ਇੰਜੀਨੀਅਰ ਬਣਨਾ, ਡਾਕਟਰ ਬਣਨਾ, ਉਹਨੂੰ ਤੁਸੀਂ ਗੋਲੀ ਤੇ ਲਾਤਾ ਤੇ ਨਿਪੁੰਸਕ ਕਰਤਾ, ਕੀ ਉਹ ਇੰਜੀਨੀਅਰ ਬਣ ਪਾਏਗਾ? ਕੀ ਉਹ ਆਪਣਾ ਦਿਮਾਗ ਨੂੰ ਉਹਨਾਂ ਖੋਲ ਪਾਏਗਾ? ਜਾਂ ਉਹ ਬੁੱਝ ਹੋ ਕੇ ਤੁਹਾਡਾ ਸਲੇਵ ਬਣ ਜਾਏਗਾ? ਮੋਸਟਲੀ ਇਹ ਗੋਲੀ ਜ਼ਿਆਦਾਤਰ ਪੋਲੀਟੀਸ਼ੀਅਨਸ ਯੂਜ਼ ਕਰਦੇ ਨੇ, ਇਲੈਕਸ਼ਨਾਂ 'ਚ ਯੂਜ਼ ਹੁੰਦੀ ਹੈ ਇਹ ਗੋਲੀ। ਔਰ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਇਨਸੀਡੈਂਸ ਲਿਆਉਣਾ ਚਾਹੁੰਦਾ ਕਿ ਡਿਊਰਿੰਗ ਇਲੈਕਸ਼ਨਸ ਦੇ ਵਿੱਚ ਇਹ ਗੋਲੀ ਜਿਹੜੀ ਆ ਇਹ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਇਹ ਯੂਜ਼ ਹੁੰਦੀ ਹੈ। ਬਲੈਕ ਦੇ ਵਿੱਚ ਨਹੀਂ, ਪੋਲੀਟੀਸ਼ੀਅਨਸ ਵੰਡਦੇ ਆ, ਮੁਫਤ ਵੰਡਦੇ ਆ ਬੱਚਿਆਂ ਨੂੰ, ਉਹਨਾਂ ਨੂੰ ਕਰਾਊਡ ਗੈਦਰ ਕਰਨ ਵਾਸਤੇ, ਹੋਰ ਸਾਰਾ। ਔਰ ਇੱਥੇ ਡਰੱਗ ਕੰਟਰੋਲਰ ਕਹਿ ਸਕਦੇ ਇੱਕ ਲੜਕੀ ਸੀਗੀ, ਨੇਹਾ ਸ਼ੌਰੀ, ਠੀਕ ਹੈ, ਉਹ ਇਸ ਗੋਲੀ ਦਾ ਵਿਰੋਧ ਕਰਦੀ ਸੀਗੀ। ਜਦੋਂ ਇਹ ਗੋਲੀ ਰੁਕੇਗੀ ਉਹਦਾ ਵੀ ਹੌਲੀ ਹੌਲੀ ਤੁਹਾਡੇ ਸਾਹਮਣੇ ਪਰਦੇ ਖੁੱਲਣਗੇ। ਉਹਨਾਂ ਦੇ ਫਾਦਰ ਨੇ ਵੀ ਕੇਸ ਕੀਤਾ ਹੋਇਆ ਕੋਰਟ ਦੇ ਵਿੱਚ, ਹਾਲੇ ਉਹਨਾਂ ਦਾ ਮਾਮਲਾ ਸਬਜੂਡਾਈਜ਼ਡ ਹੈ। ਲੱਗਦਾ ਉਹਨਾਂ ਦੀ ਹੱਤਿਆ ਦੀ ਵਜ੍ਹਾ ਗੋਲੀ ਹੋ ਸਕਦੀ ਹੈ। ਮੈਂ ਜ਼ਿਆਦਾ ਨਹੀਂ ਉਸ ਤੇ ਟੌਪਿਕ ਤੇ ਗੱਲ ਕਰਨੀ ਚਾਹੁੰਦਾ, ਬਿਕੋਜ਼ ਉਹ ਹਲੇ ਸਬਜੂਡਾਈਜ਼ਡ ਮੈਟਰ ਹੈ। ਪਰ ਉੱਥੇ ਵੀ ਕੁਝ ਪੋਲੀਟੀਸ਼ੀਅਨਸ ਐਸੇ ਸੀਗੇ ਜਿਨ੍ਹਾਂ ਨੂੰ ਖਤਰਾ ਸੀ ਉਸ ਕੁੜੀ ਤੋਂ, ਉਹਨਾਂ ਨੇ ਉਹ ਕੁੜੀ ਆਪਣੀ ਦਫ਼ਤਰ 'ਚ ਬੈਠੀ ਦਾ ਉਹਦਾ ਕਤਲ ਕਰਵਾਇਆ ਗਿਆ, ਔਰ ਜਿਹੜਾ ਵਿਅਕਤੀ ਕਤਲ ਕਰਨ ਆਇਆ ਸੀ ਉਹਦਾ ਵੀ ਕਤਲ ਕਰ ਦਿੱਤਾ ਗਿਆ। ਇਹ ਬਹੁਤ ਵੱਡਾ ਮਾਫੀਆ ਸੀ ਪਿੱਛੇ ਉਹਦੇ। ਸੋ ਉਹਦੀ ਵੀ ਲੜਾਈ ਇਹੀ ਬਿਪਰਨੋਰਫਿਨ ਨਲੋਕਸਿਨ ਦੇ ਬਾਰੇ ਸੀਗੀ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਦੇਖੋ ਸਾਨੂੰ ਦੁੱਖ ਇਸ ਗੱਲ ਦਾ ਕਿ ਸਾਰੇ ਇੰਡੀਆ 'ਚ ਇਹ ਗੋਲੀ ਸਟੇ ਹੋ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸਟੇ ਕੀਤੀ, ਪਰ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਮੌਕੇ ਜਦ ਬਲਬੀਰ ਸਿੰਘ ਸਿੱਧੂ ਜੀ ਸਾਡੇ ਹੈਲਥ ਮਿਨਿਸਟਰ ਸਨ, ਉਹਨਾਂ ਦੇ ਟਾਈਮ ਦੇ ਵਿੱਚ ਇੱਕ ਸਾਇਲੈਂਟ ਬੈਕਡੋਰ ਐਂਟਰੀ ਕਰਨ ਲਈ ਇਹਦੇ 'ਚ ਇੱਕ ਅਮੈਂਡਮੈਂਟ ਕੀਤੀ ਗਈ, ਮੈਂਟਲ ਇਲਨੈਸ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ। ਔਰ ਉਹਦੇ 'ਚ ਇਹਨਾਂ ਨੇ ਕਿਹਾ ਠੀਕ ਹੈ ਜੇ ਤੁਸੀਂ ਸਟੇ ਕਰਾਤੀ ਕੋਈ ਗੱਲ ਨਹੀਂ, ਅਸੀਂ ਜਿਹੜੇ ਡਾਕਟਰਾਂ ਦੇ ਕਲੀਨਿਕ ਨੇ ਉਹਨਾਂ ਨੂੰ ਵੀ ਸੈਂਟਰ ਰਜਿਸਟਰ ਕਰ ਦਿੰਦੇ ਹਾਂ। ਉਹਨਾਂ ਲਈ ਇੱਕ ਰੂਲ ਬਣਾਤੇ, ਰੂਲ ਬਣਾ ਕੇ ਉਹਨਾਂ ਤੇ ਕਰਤਾ ਵੀ ਇਹਨਾਂ ਲਈ ਇੱਕ ਬੈੱਡ ਹੋਣਾ ਚਾਹੀਦਾ, ਕੰਪਿਊਟਰ ਹੋਣਾ ਚਾਹੀਦਾ, ਗਾਰਡ ਹੋਣਾ ਚਾਹੀਦਾ ਐਂਡ ਆਲ। ਤੇ ਚਲੋ ਸਿੱਧੇ ਸ਼ਬਦਾਂ 'ਚ ਕਹੀਏ ਕਿ ਇਸ ਮਾਫੀਏ ਨੂੰ ਸ਼ਹਿ ਦੇਣ ਲਈ ਸਰਕਾਰੀ ਤੰਤਰ ਨੇ ਮਦਦ ਕੀਤੀ ਸੀ, ਪੂਰੀ ਮਦਦ ਕੀਤੀ, ਅੱਜ ਤੱਕ ਕਰ ਰਹੀ ਹੈ। ਸਰਕਾਰ ਬਦਲ ਵੀ ਗਈ, ਅੱਜ ਤੱਕ ਉਹਨਾਂ ਦੀ ਮਦਦ ਹੋ ਰਹੀ ਹੈ। ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਨਸ਼ਿਆਂ ਲਈ ਸੁਹਿਰਦ ਹੋ ਤਾਂ ਤੁਹਾਡਾ ਅੱਜ ਤੱਕ 1 ਸਾਲ ਹੋ ਗਿਆ ਸਰਕਾਰ ਬਣੀ ਨੂੰ, ਸਰਕਾਰ ਦਾ ਜਵਾਬ ਨਹੀਂ ਕੋਰਟ 'ਚ ਆਇਆ ਹੈਗਾ। ਤੁਸੀਂ ਕਹਿ ਰਹੇ ਹੋ ਸਰਕਾਰ ਜਵਾਬ ਨਹੀਂ ਦੇ ਰਹੀ, ਪਰ ਕਿਸੇ ਟਾਈਮ ਤੁਸੀਂ ਜਦੋਂ ਰੌਲਾ ਇਹ ਪਾਇਆ ਸੀ ਆ ਵਿਧਾਇਕਾਂ ਤੱਕ ਲੈ ਕੇ ਗਏ ਸੀ, ਮੀਤ ਹੇਰ ਨੇ ਆਵਾਜ਼ ਚੁੱਕੀ ਸੀ। ਮੈਂ ਤੁਹਾਨੂੰ ਦੱਸਦਾ ਉਦੋਂ ਜਿਹੜੀ ਬਤੌਰ ਐਮਐਲਏ ਵਿਰੋਧੀ ਧਿਰ ਮੀਤ ਹੇਰ ਜੀ ਨੇ ਤੇ ਸਾਡੇ ਮੌਜੂਦਾ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਨੇ ਚੀਮਾ ਸਾਹਿਬ, ਇਹ 2 ਬੰਦੇ ਸੀਗੇ ਜਿਨ੍ਹਾਂ ਨੇ ਉਸ ਮੌਕੇ ਮੇਰੀ ਸਪੋਰਟ ਕੀਤੀ ਇਸ ਮਾਮਲੇ ਤੇ। ਔਰ ਉਹਨਾਂ ਨੇ ਮੇਰੇ ਤੋਂ ਇਨਫੋਰਮੇਸ਼ਨ ਵੀ ਲਈ ਔਰ ਉਹ ਵਿਧਾਨ ਸਭਾ 'ਚ ਬੋਲੇ ਵੀ, ਪਰ ਉਸ ਵੇਲੇ ਮੁੱਦੇ ਹੀ ਹੋਰ ਸੀਗੇ। ਕੁਝ ਖਹਿਰਾ ਸਾਹਿਬ ਦਾ ਰੌਲਾ ਸੀ, ਕੁਝ ਹੋਰ ਸੀ, ਉਹ ਇਹ ਰੁਲ ਗਿਆ ਸੀਗਾ ਮੁੱਦਾ। ਲੇਕਿਨ ਅਮੈਂਡਮੈਂਟ ਹੋ ਗਈ, ਪਰ ਹਾਈ ਕੋਰਟ ਦੀ ਸਟੇ ਹੋਣ ਕਰਕੇ ਅਮੈਂਡਮੈਂਟ ਇਹਨਾਂ ਨੇ ਲਾਗੂ ਨਹੀਂ ਕੀਤੀ ਹੈਗੀ। ਕੁਝ ਜਗ੍ਹਾ ਤੇ ਫਿਰ ਵੀ ਲਾਗੂ ਹੋਈ ਹੈ, ਕੁਝ ਸੈਂਟਰਸ ਇਹਨਾਂ ਨੇ ਇੱਦਾਂ ਅਪਰੂਵ ਕੀਤੇ ਹੋਏ ਆ ਜਿਹੜੇ ਚੱਲ ਰਹੇ ਨੇ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮਾਨਯੋਗ ਸਾਡੇ ਮੁੱਖ ਮੰਤਰੀ ਜੀ, ਤੁਸੀਂ ਇਸ ਗੱਲ ਨੂੰ ਸੁਹਿਰਦਤਾ ਨਾਲ ਸੋਚੋ। ਮੈਂ ਤੁਹਾਡੇ ਕੋਲ 2-3 ਵਾਰ ਚਿੱਠੀਆਂ ਪਾ ਕੇ, ਮੇਲਾਂ ਪਾ ਕੇ ਸਮਾਂ ਵੀ ਮੰਗਿਆ ਹੈਗਾ ਮਿਲਣ ਵਾਸਤੇ, ਤੇ ਮੈਨੂੰ ਸਮਾਂ ਨਹੀਂ ਦਿੱਤਾ ਗਿਆ ਹਾਲੇ ਤੱਕ। ਪਰ ਜੇ ਤੁਸੀਂ ਸੁਹਿਰਦ ਹੋ
ਤਾਂ ਘੱਟੋ ਘੱਟ 1 ਸਾਲ ਹੋ ਗਿਆ ਤੁਹਾਡੀ ਸਰਕਾਰ ਬਣੀ ਨੂੰ। ਤੁਹਾਡੀ ਸਰਕਾਰ ਜਵਾਬ ਕਿਉਂ ਨਹੀਂ ਦਿੰਦੀ ਹੈ? ਕੈਪਟਨ ਸਰਕਾਰ ਨੇ ਵੀ ਜਵਾਬ ਨਹੀਂ ਦਿੱਤਾ। ਕੈਪਟਨ ਸਰਕਾਰ ਤਾਂ ਚਲੀ ਗਈ। ਕੈਪਟਨ ਸਰਕਾਰ ਨੇ ਤਾਂ ਜਵਾਬ ਕੀ ਦੇਣਾ ਸੀ? 3 ਸਾਲ ਕੈਪਟਨ ਸਰਕਾਰ ਸੀਗੀ, 19 ਤੋਂ ਲੈ ਕੇ ਤੁਸੀਂ ਕਹਿ ਸਕਦੇ ਹੋ ਵੀ 21 ਤੱਕ। ਬਿਲਕੁਲ ਠੀਕ ਹੈ ਜੀ। ਉਹਨਾਂ ਨੇ ਤਾਂ ਦੇਵਰ ਦੀ ਪਾਰਟ ਆਫ ਦਿਸ, ਕਿਉਂਕਿ ਬਲਵੀਰ ਸਿੱਧੂ ਜੀ ਹੈਲਥ ਮਿਨਿਸਟਰ ਸੀਗੇ, ਉਹ ਤਾਂ ਪਾਰਟ ਆਫ ਦਿਸ ਸੀਗੇ। ਅਮੈਂਡਮੈਂਟ ਉਹਨਾਂ ਦੇ ਟਾਈਮ ਦੀ ਹੈ, ਅਮੈਂਡਮੈਂਟ ਉਹ ਖੁਦ ਕਰਾ ਕੇ ਗਏ ਨੇ। ਠੀਕ ਹੈ ਜੀ। ਸੀਐਮ ਨੂੰ ਪਤਾ ਨਾ ਹੋਵੇ, ਹੋ ਨਹੀਂ ਜਿਹੜੀਆਂ ਸਕਦਾ। ਪਾਰਟੀਆਂ ਅੱਜ ਭਾਵੇਂ ਉਹ ਬੀਜੇਪੀ 'ਚ ਚਲੇ ਗਏ, ਠੀਕ ਹੈ, ਉਹ ਆਪਣੇ ਆਪ ਨੂੰ ਸ਼ੀਲਡ ਕਰਨ ਲਈ ਉਹ ਗਏ ਨੇ, ਪਰ ਲੇਕਿਨ ਦੁੱਧ ਧੋਤੇ ਨਹੀਂ ਹੈਗੇ, ਉਹ ਸਾਰੇ ਲਿਬੜੇ ਹੋਏ ਨੇ ਇਸ ਕੰਮ ਦੇ ਵਿੱਚ। ਸਾਡੀ ਜਿਹੜੀ ਲੜਾਈ ਹੈ ਉਹ ਇਹ ਹੈ ਕਿ ਅਸੀਂ ਕਿਸੇ ਪੋਲੀਟੀਸ਼ੀਅਨ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ। ਉਹ ਤਾਂ ਖੁੱਲ ਜਾਣੀਆਂ ਪਰਤਾਂ, ਜਦੋਂ ਨੇਹਾ ਸ਼ੌਰੀ ਦਾ ਕਤਲ ਕੇਸ ਖੁੱਲੇਗਾ ਨਾ, ਉਹ ਆਪਣੇ ਆਪ ਖੁੱਲ ਜਾਣੇ, ਸਾਰੇ ਵਿੱਚ ਆ ਜਾਣੇ ਜਿਹੜੇ ਜਿਹੜੇ ਸਾਹਮਣੇ ਆਣਗੇ ਬੰਦੇ ਉਹਦੇ 'ਚ ਇਨਵੋਲਡ ਨੇ, ਜਿਹੜਾ ਮਾਫੀਆ ਇਨਵੋਲਡ ਹੈ। ਸੋ ਮੇਰੀ ਤਾਂ ਬੇਨਤੀ ਇੰਨੀ ਕੀ ਆ ਕਿ ਅਸੀਂ ਇਸ ਦਵਾਈ ਦੇ ਖਿਲਾਫ ਨਹੀਂ ਹੈਗੇ, ਅਸੀਂ ਇਹ ਦਵਾਈ ਦਾ ਵਿਰੋਧ ਨਹੀਂ ਕਰਦੇ, ਪਰ ਇਹ ਦਵਾਈ ਨੂੰ ਜਿਹੜੀ ਸੇਲ ਹੈ ਜਾਂ ਜੋ ਇਹਦੀ ਦੇਣ ਦਾ ਤਰੀਕਾ ਹੈ ਉਹ ਅੰਡਰ ਕੰਟਰੋਲ, ਅੰਡਰ ਰੈਗੂਲੇਸ਼ਨ, ਅੰਡਰ ਸੁਪਰਵਿਜ਼ਨ, ਜੋ ਰੂਲਸ ਨੇ ਉਹਦੇ ਅਕੋਰਡਿੰਗ ਹੋਣਾ ਚਾਹੀਦਾ। ਇੱਕ ਚੀਜ਼ ਹੋਰ ਡਾਕਟਰ ਸਾਹਿਬ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਵੀ ਇਹ ਆਪਣੇ ਨਿਯਮ ਅਨੁਸਾਰ ਵਿਕਣੀ ਚਾਹੀਦੀ ਹੈ, ਕਿ ਸਿਰਫ ਇਹ ਟੈਬਲੇਟ ਦੇ ਤੌਰ ਤੇ ਹੀ ਨੌਜਵਾਨ ਖਾ ਰਹੇ ਆ, ਕਿਸੇ ਹੋਰ ਢੰਗ 'ਚ ਵੀ ਇਹਨੂੰ ਯੂਜ਼ ਕਰ ਰਹੇ ਆ? ਹਾਂ, ਇਹ ਮੈਂ ਤੁਹਾਨੂੰ ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਹਾਂ, ਅਸੀਂ ਦੇਖਦੇ ਹਾਂ ਕਿ ਕਈ ਬੱਚੇ ਜਿਨ੍ਹਾਂ ਨੂੰ ਇਹਦੀ ਸਮਝ ਨਹੀਂ ਹੈ, ਉਹ ਇਸ ਗੋਲੀ ਨੂੰ ਰਗੜ ਲੈਂਦੇ ਆ, ਰਗੜ ਕੇ ਇਹਨੂੰ ਸਨਿਫ ਵੀ ਕਰਦੇ ਆ, ਸੁੰਘਦੇ ਆ ਉਹਦੇ ਨਾਲ ਅੱਗ ਲਾ ਕੇ। ਅੱਛਾ, ਕਈ ਇਹਨੂੰ ਰਗੜ ਕੇ ਪਾਣੀ 'ਚ ਘੋਲ ਕੇ ਤੇ ਟੀਕੇ ਲਾ ਰਹੇ, ਉੱਥੇ ਓਵਰਡੋਜ਼ ਹੁੰਦੀ ਆ। ਜੋ ਤੁਸੀਂ ਟੀਕਾ ਲਾ ਲਿਆ ਡਾਇਰੈਕਟ ਬਲੱਡ ਦੇ ਵਿੱਚ ਚਲੀ ਗਈ, ਉੱਥੇ ਡੈਥ ਵੀ ਹੁੰਦੀ ਆ, ਉੱਥੇ ਬੱਚੇ ਮਰ ਵੀ ਰਹੇ ਨੇ। ਤੁਸੀਂ ਕਹਿ ਰਹੇ ਹੋ ਕਿ ਅਫੀਮ ਦਾ ਅੰਸ਼ ਹੈਗਾ ਇਹਦੇ ਵਿੱਚ, ਤੇ ਆਮ ਤੌਰ ਤੇ ਜੋ ਅਸੀਂ ਸੁਣਦੇ ਆ ਰਹੇ ਹਾਂ ਵੀ ਜਿਹੜਾ ਸਿੰਥੈਟਿਕ ਡਰੱਗ ਪੰਜਾਬ ਦੀ ਨੌਜਵਾਨੀ 'ਚ ਘਰ ਕਰ ਚੁੱਕਿਆ, ਉਹਨੂੰ ਜੇ ਖਤਮ ਕਰਨਾ ਹੈ ਤਾਂ ਉਹਨੂੰ ਅਫੀਮ ਵਾਲੇ ਪਾਸੇ ਲਾ ਦਿਓ। ਉਹ ਤਾਂ ਦਲੀਲਾਂ ਦੇ ਰਹੇ ਕਿ ਅਫੀਮ ਬਚਾਉਂਦੀ ਹੈ ਇਸ ਚੀਜ਼ ਤੋਂ। ਇਹ ਓਪਾਇਡ ਡਰੱਗ ਆ, ਜਿੱਦਾਂ ਟ੍ਰੈਮਾਡੋਲ ਹੋ ਗਈ, ਹੋਰ ਹੋ ਗਈਆਂ ਸਾਰੀਆਂ ਓਪਾਇਡ ਡਰੱਗ ਸੀ। ਪਹਿਲਾਂ ਪ੍ਰੋਕਸੀਮੋਨ ਕੈਪਸੂਲ ਆਉਂਦੇ ਸੀਗੇ, ਤੇ ਇਹਨਾਂ 'ਚ ਅਫੀਮ ਦੇ 7 ਹੁੰਦੇ ਆ। ਅਫੀਮ ਦੇ 7 ਦਾ ਤੇ ਅਫੀਮ ਦਾ ਥੋੜਾ ਜਿਹਾ ਫਰਕ ਹੁੰਦਾ, ਬਟ ਇਹ ਪੇਨ ਕਿਲਰ ਤੌਰ ਤੇ ਯੂਜ਼ ਕੀਤੇ ਜਾਂਦੀਆਂ ਸੀਗੀਆਂ। ਟ੍ਰੈਮਾਡੋਲ ਹੋ ਗਈ, ਦੂਜੀਆਂ ਹੋ ਗਈਆਂ, ਤੇ ਲੋਕ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਨਸ਼ੇ ਲਈ ਯੂਜ਼ ਕਰ ਲੈਂਦੇ। ਕਿੰਨੇ ਕੁ ਦੀ ਵਿਕ ਜਾਂਦੀ ਹੈ ਇੱਕ ਇਹ ਮੋਸਟਲੀ 30-40 ਰੁਪਏ ਦੀ ਹੈਗੀ ਆ ਪਰ ਟੈਬਲੇਟ, ਇੱਕ ਗੋਲੀ ਤੱਕ ਵੀ। ਅੱਡੋ-ਅੱਡੀ ਰੇਟਸ ਨੇ, ਮਤਲਬ ਕਿ ਮੈਨੂੰ ਇਹਦਾ ਐਗਜ਼ੈਕਟ ਰੇਟਸ ਨਹੀਂ, ਅੰਦਾਜ਼ਨ ਮਤਲਬ ਲਗਭਗ ਪੁੱਛ ਰਹੇ ਹਾਂ ਰਫਲੀ। ਅੱਛਾ, ਸੋ ਕਿਤੇ ਨਾ ਕਿਤੇ ਕਹਿ ਲਓ ਵੀ ਜੇ ਪੰਜਾਬ ਦੀ ਨੌਜਵਾਨੀ ਅੱਜ ਵੀ ਨਸ਼ੇ 'ਚ ਹੈ ਤਾਂ ਇਸ ਗੋਲੀ ਦਾ ਬਹੁਤ ਵੱਡਾ ਯੋਗਦਾਨ ਹੈ, ਕਹਿ ਸਕਦੇ ਹਾਂ। ਮੈਂ ਕਹਿ ਸਕਦਾ ਜੀ, ਇੱਕ ਜ਼ਿਲ੍ਹੇ ਦੇ ਵਿੱਚ ਲੱਖ ਬੱਚਾ ਹੈ, ਨੌਜਵਾਨ ਯੂਥ ਸਾਡਾ, ਜਿਹੜਾ ਇਸ ਗੋਲੀ ਤੇ ਲੱਗਿਆ ਹੋਇਆ। ਤੁਸੀਂ ਸਵੇਰੇ ਜਾ ਕੇ ਸੈਂਟਰਾਂ ਦੇ ਬਾਹਰ ਖੜ ਜਾਓ ਤੇ ਤੁਹਾਨੂੰ ਆਪ ਹੀ ਨਜ਼ਰ ਆ ਜਾਏਗਾ ਕਿ ਕਿਸ ਤਰ੍ਹਾਂ ਬੱਚੇ ਉੱਥੇ ਜਾ ਰਹੇ ਨੇ, ਕਿਦਾਂ ਜਿਹੜੇ ਸਾਡੇ ਬਜ਼ੁਰਗ ਨੇ, ਮਜ਼ਦੂਰ ਖਾਸ ਕਰਕੇ ਜਿਹੜੇ ਅੱਜ ਦਿਹਾੜੀਦਾਰ ਨੇ। ਦਿਹਾੜੀਦਾਰ ਬੰਦਾ ਉਹ ਸੋਚਦਾ ਵੀ ਮੈਂ ਸਾਰੀ ਦਿਹਾੜੀ ਕਿਵੇਂ ਕੰਮ ਕਰੂੰ, ਥੱਕ ਜਾਊਂਗਾ, ਹੋਰ ਉਹ ਫਿਰ ਇਸ ਗੋਲੀ ਤੇ ਹੀ ਲੱਗ ਗਏ ਨੇ ਤਕਰੀਬਨ ਸਾਰੇ। ਰਾਮਪੁਰਾ ਸਾਈਡ ਪਿੰਡਾਂ ਦੇ ਵਿੱਚ ਲੋਕੀ ਸ਼ਾਮ ਨੂੰ ਦੇਸੀ ਦਾਰੂ ਕੱਢ ਲੈਂਦੇ ਸੀ। ਮੈਂ ਉੱਥੇ ਕੈਂਪ ਲਗਾਇਆ, ਅਸੀਂ ਕੈਂਪ ਲਗਾ ਕੇ ਦੇਖਿਆ, ਉੱਥੇ ਬਜ਼ੁਰਗ, ਈਵਨ ਮਾਤਾਵਾਂ ਤੱਕ, ਮਤਲਬ ਕਿ ਵਿਚਾਰੀਆਂ ਜਿਹੜੀਆਂ ਉਹ ਵੀ ਆਦੀ ਕਰਤੀਆਂ। ਕਿਉਂਕਿ ਘਰਾਂ ਦੇ ਵਿੱਚ ਜਦੋਂ ਮਤਲਬ ਕਿ ਕਿਸੇ ਦਾ ਸਿਰ ਦੁਖਦਾ, ਉਹ ਕਹਿੰਦੇ ਆਹ ਦਵਾਈ ਲੈ ਕੇ ਦੇਖ ਲਾ। ਉਹ ਜਦੋਂ ਇੱਕ ਵਾਰੀ ਦੇਖ ਲਾ ਵਾਲੀ ਗੱਲ ਹੋ ਗਈ, ਉਹਦਾ ਸਵਾਦ ਪੈ ਗਿਆ, ਤਾਂ ਕਹਿੰਦੇ ਇਹ ਮੈਨੂੰ ਬਹੁਤ ਸੈੱਟ ਰਹੀ ਹੈ, ਤਾਂ ਮੇਰੇ ਹੱਡ ਪੈਰ ਵੀ ਟੁੱਟਣੋਂ ਹਟ ਗਏ। ਉਹ ਲੇਡੀਜ਼ ਵੀ ਲੱਗ ਗਈਆਂ ਕਈ ਉਹਦੇ ਤੇ। ਸੋ ਇਹ ਇੱਕ ਮਤਲਬ ਚਸਕੇ ਦੇ ਤੌਰ ਤੇ ਇੱਕ ਵਾਰ ਸ਼ੁਰੂ ਹੋ ਗਿਆ, ਜਿਸ ਨੂੰ ਐਡਿਕਟ ਦੀ ਆਪਾਂ ਆਦੀ ਹੋਣ ਦੀ ਗੱਲ ਹੈ, ਜਾਂਦਾ ਜੀ, ਆਦੀ ਹੋ ਜਾਂਦਾ। ਸੋ ਡਾਕਟਰ ਪਰਮਜੀਤ ਸਿੰਘ ਰਾਣੂ ਨਾਲ ਗੱਲ ਚੱਲ ਰਹੀ ਸੀਗੀ। ਅੰਗਰੇਜ਼ੀ ਜਿਹੜੀ ਦਵਾਈ ਨੂੰ ਬੁਪਰਾਨੋਰਫਨ ਕਿਹਾ ਜਾਂਦਾ ਹੈ, ਆਮ ਪੰਜਾਬੀ ਭਾਸ਼ਾ 'ਚ ਇਹਨੂੰ ਜੀਭ ਦੇ ਥੱਲੇ ਵਾਲੀ ਗੋਲੀ ਕਿਹਾ ਜਾਂਦਾ ਹੈ। ਸਾਰੀ ਉਹਦੀ ਇੱਕ ਕਹਾਣੀ ਹੈਗੀ ਹੈ ਕਿ ਮਾਮਲਾ ਹਾਈ ਕੋਰਟ ਤੱਕ ਪੁੱਜਿਆ ਹੋਇਆ। ਗੋਲੀ ਸ਼ਰੇਆਮ ਨਹੀਂ ਵਿਕਣੀ ਚਾਹੀਦੀ। ਔਰਤਾਂ ਵੀ, ਮੁੰਡੇ ਤਾਂ ਮੁੰਡੇ, ਪੁਰਸ਼ ਤਾਂ ਪੁਰਸ਼ ਆਦੀ ਹੋ ਰਹੇ ਨੇ, ਔਰਤਾਂ ਵੀ ਜੇ ਇਹਦੀਆਂ ਆਦੀ ਹੋ ਰਹੀਆਂ ਨੇ, ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਘੁਣ ਲੱਗਦਾ ਪਿਆ। 30-40 ਰੁਪਏ ਦੀ ਗੋਲੀ ਲੈ ਕੇ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਜੇ ਨਸ਼ੇ ਦੇ ਆਦੀ ਹੈਗੇ ਹੋ ਤਾਂ ਇਹ ਨਸ਼ਾ ਲਹਾਉਣ ਵਾਲੀ ਹੈ। ਇਹ ਨਸ਼ਾ ਲਹਾਉਣ ਵਾਲੀ ਨਹੀਂ ਹੈ, ਨਸ਼ਾ ਲਾਉਣ ਵਾਲੀ ਗੋਲੀ ਹੈਗੀ ਹੈ। ਸੋ ਇਸ ਤੋਂ ਜੇ ਬਚ ਸਕਦੇ ਹੋ ਬਚੋ। ਅਦਾਲਤਾਂ ਇਸ 'ਤੇ ਕੀ ਹੁਕਮ ਦਿੰਦੀਆਂ ਨੇ, ਕਿੰਨਾ ਕੁ ਅਜਿਹਾ ਡਰੱਗ ਮਾਫੀਆ ਜਿਹੜਾ ਇਸ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਉਸ 'ਤੇ ਸ਼ਿਕੰਜਾ ਕੱਸਿਆ ਜਾਂਦਾ, ਇਹਦਾ ਸਭ ਨੂੰ ਇੰਤਜ਼ਾਰ ਰਹੇਗਾ। ਸੋ ਡਾਕਟਰ ਰਾਣੂ ਸਾਹਿਬ, ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।